Hey guys, I hope you all doing great. This is Prabjot here ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਮਾਈਂਡਸੈਟ ਦੇ ਬਾਰੇ। ਮਾਈਂਡਸੈਟ ਇੱਕ ਇਦਾਂ ਦੀ ਚੀਜ਼ ਆ ਜਿਹਦੇ ਉੱਤੇ ਤੁਹਾਡੀ ਪੂਰੀ ਲਾਈਫ ਡਿਪੈਂਡ ਕਰਦੀ ਆ। ਮਾਈਂਡਸੈਟ ਨੂੰ ਤੁਸੀਂ ਕਹਿ ਸਕਦੇ ਆ ਤੁਸੀਂ ਕਿੱਦਾਂ ਸੋਚਦੇ ਆ, ਤੁਹਾਡੀ ਥਾਟ ਪ੍ਰੋਸੈਸ ਕੀ ਆ, ਤੁਹਾਡੇ ਬਿਲੀਫਸ ਕੀ ਆ, ਤੁਸੀਂ ਕਿਹੜੀਆਂ ਗੱਲਾਂ ਨੂੰ ਮੰਨਦੇ ਆ, ਉਹ ਸਾਰਾ ਕੁਝ ਮਿਲਾ ਕੇ ਸਾਡਾ ਮਾਈਂਡਸੈਟ ਤਿਆਰ ਕਰਦੀ ਆ। ਤੇ ਇੱਕ ਬੰਦੇ ਦਾ ਜਿੱਦਾਂ ਦਾ ਮਾਈਂਡਸੈਟ ਹੁੰਦਾ ਆ ਉਹ ਉਦਾਂ ਦੇ ਹੀ ਐਕਸ਼ਨ ਕਰਦਾ ਆ ਤੇ ਦੂਸਰੇ ਬੰਦੇ ਨੂੰ ਉਹਦੀ ਉਦਾਂ ਦੀ ਹੀ ਪਰਸਨੈਲਿਟੀ ਰਿਪਰੈਜ਼ੈਂਟ ਹੁੰਦੀ ਆ। ਕਮਾਲ ਦੀ ਗੱਲ ਇਹ ਆ ਕਿ ਦੁਨੀਆ ਦੇ ਵਿੱਚ ਸਾਡਾ ਸਾਰਿਆਂ ਦਾ ਮਾਈਂਡਸੈਟ ਇੱਕ ਦੂਸਰੇ ਦੇ ਨਾਲੋਂ ਡਿਫਰੈਂਟ ਆ ਤੇ ਅਸੀਂ ਸਾਰੇ ਇੱਕ ਦੂਸਰੇ ਦੇ ਨਾਲੋਂ ਅਲੱਗ ਤਰੀਕੇ ਦੇ ਨਾਲ ਹੀ ਸੋਚਦੇ ਆ। ਜੇ ਕੋਈ ਵੀ ਇੱਕ ਸਿਚੁਏਸ਼ਨ ਹੁੰਦੀ ਆ ਤੇ ਉਹਨੂੰ ਦੇਖਣੇ ਵਾਲੇ ਜਿੰਨੇ ਵੀ ਲੋਕ ਹੁੰਦੇ ਆ ਹਰੇਕ ਦਾ ਨਜ਼ਰੀਆ ਡਿਫਰੈਂਟ ਹੁੰਦਾ ਆ, ਹਰੇਕ ਉਹਨੂੰ ਡਿਫਰੈਂਟ ਮਾਈਂਡਸੈਟ ਦੇ ਨਾਲ ਡਿਫਰੈਂਟ ਨਜ਼ਰੀਏ ਦੇ ਨਾਲ ਦੇਖਦਾ ਹੁੰਦਾ ਆ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਆ ਮਾਈਂਡਸੈਟ ਦੀ। ਇੱਕ ਮੀਟਿੰਗ ਦੇ ਵਿੱਚ ਇੱਕ ਬੌਸ ਨੇ ਸਵਾਲ ਪੁੱਛਿਆ ਤੇ 5 ਬੰਦੇ ਬੈਠੇ ਸੀ ਤੇ 5 ਦੇ ਵਿੱਚੋਂ ਸਿਰਫ ਇੱਕ ਨੇ ਹੱਥ ਖੜਾ ਕੀਤਾ, ਪਰ ਜਵਾਬ ਉਹਨਾਂ ਦੇ ਵਿੱਚੋਂ 5 ਨੂੰ ਆਉਂਦਾ ਸੀਗਾ। ਉਹ ਕਿਉਂ? ਇੱਕ ਸੋਚੀ ਗਿਆ ਕਿ ਯਾਰ ਮੈਂ ਜੇ ਇਹਦਾ ਗਲਤ ਜਵਾਬ ਦੇਤਾ, ਦੂਸਰੇ ਦੇ ਵਿੱਚ ਇੰਨਾ ਕੌਨਫੀਡੈਂਸ ਹੀ ਨਹੀਂ ਸੀਗਾ, ਤੀਸਰੇ ਨੂੰ ਜਵਾਬ ਨਹੀਂ ਆਉਂਦਾ ਸੀ ਤੇ ਚੌਥਾ ਜਿਹਨੂੰ ਜਵਾਬ ਆਉਂਦਾ ਸੀ ਉਹ ਡਰਦਾ ਸੀ ਯਾਰ ਕਿਤੇ ਮੈਂ ਗਲਤ ਨਾ ਬੋਲ ਦੇਵਾਂ, ਮੇਰੀ ਬੇਇੱਜ਼ਤੀ ਨਾ ਹੋ ਜਾਵੇ। ਤੇ 5ਵਾਂ ਬੰਦਾ ਜਿਹਨੇ ਹੱਥ ਖੜਾ ਕੀਤਾ ਉਹਦਾ ਮਾਈਂਡਸੈਟ ਸੀ ਕਿ ਯਾਰ ਜੇ ਗਲਤ ਵੀ ਹੋ ਗਿਆ ਤਾਂ ਕੀ ਹੋਇਆ, ਐਟਲੀਸਟ ਮੈਂ ਜਵਾਬ ਤਾਂ ਦੇ ਰਿਹਾ ਆ। ਸੋ 5 ਬੰਦਿਆਂ ਦਾ ਮਾਈਂਡਸੈਟ ਡਿਫਰੈਂਟ ਸੀ। ਇਦਾਂ ਹੀ ਪੂਰੀ ਦੁਨੀਆ ਦਾ ਮਾਈਂਡਸੈਟ ਡਿਫਰੈਂਟ ਹੁੰਦਾ ਆ ਤੇ ਆਪਣੇ ਹੱਥ ਵਿੱਚ ਆ ਕਿ ਅਸੀਂ ਆਪਣਾ ਮਾਈਂਡਸੈਟ ਕਿੱਦਾਂ ਦਾ ਬਣਾਉਣਾ ਆ। ਅਸੀਂ ਕੋਈ ਵੀ ਜਦੋਂ ਐਕਸ਼ਨ ਲੈਂਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਉਹਦੇ ਪਿੱਛੇ ਸਾਡੇ ਦਿਮਾਗ ਦੇ ਵਿੱਚ 2 ਤਰ੍ਹਾਂ ਦੇ ਮਾਈਂਡਸੈਟ ਰੋਲ ਪਲੇ ਕਰ ਰਹੇ ਹੁੰਦੇ ਆ। ਇੱਕ ਫਿਕਸਡ ਮਾਈਂਡਸੈਟ ਤੇ ਦੂਸਰਾ ਗਰੋਥ ਮਾਈਂਡਸੈਟ। ਜੇ ਮੈਂ ਗਰੋਥ ਮਾਈਂਡਸੈਟ ਨੂੰ ਕਹਾਂ ਤੇ ਇੱਕ ਇਦਾਂ ਦਾ ਮਾਈਂਡਸੈਟ ਜਿਹੜੇ ਇਨਸਾਨ ਦੇ ਵਿੱਚ ਕਿਉਰਿਓਸਿਟੀ ਹੁੰਦੀ ਹੈ ਚੀਜ਼ਾਂ ਨੂੰ ਜਾਣਨ ਦੀ, ਨਵੀਆਂ ਚੀਜ਼ਾਂ ਸਿੱਖਣ ਦੀ, ਨਵੀਂ ਨੌਲੇਜ ਐਕਵਾਇਰ ਕਰਨ ਦੀ। ਤੇ ਫਿਕਸਡ ਮਾਈਂਡਸੈਟ ਤੁਸੀਂ ਕਈ ਲੋਕਾਂ ਨੂੰ ਸੁਣਿਆ ਹੋਣਾ ਕਹਿੰਦੇ ਹੋਏ ਯਾਰ ਮੈਨੂੰ ਨਾ ਦੱਸ, ਮੈਨੂੰ ਪਹਿਲਾਂ ਹੀ ਪਤਾ ਆ। ਜਾਂ ਉਹ ਇਨਸਾਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਸਾਰਾ ਕੁਝ ਆਲਰੇਡੀ ਪਤਾ ਆ, ਸਾਨੂੰ ਹੋਰ ਸਿੱਖਣ ਦੀ ਲੋੜ ਨਹੀਂ ਜਾਂ ਸਾਨੂੰ ਕਿਸੇ ਕੋਲੋਂ ਸਲਾਹ ਲੈਣ ਦੀ ਜਾਂ ਕਿਸੇ ਕੋਲੋਂ ਕੋਈ ਨੌਲੇਜ ਐਕਵਾਇਰ ਕਰਨ ਦੀ ਲੋੜ ਨਹੀਂ ਹੈਗੀ। ਗਰੋਥ ਤੇ ਫਿਕਸ ਮਾਈਂਡਸੈਟ ਨੂੰ ਹੋਰ ਬਰੀਫਲੀ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਾਈਂਡਸੈਟ ਅਸਲ ਦੇ ਵਿੱਚ ਡਿਵੈਲਪ ਕਿੱਦਾਂ ਹੁੰਦਾ ਆ। ਜਦੋਂ ਅਸੀਂ ਛੋਟੇ ਹੁੰਨੇ ਆ, ਅਸੀਂ ਬੌਰਨ ਹੁੰਨੇ ਆ, ਅਸੀਂ ਇੱਕ ਤਰ੍ਹਾਂ ਗਰੋਥ ਮਾਈਂਡਸੈਟ ਲੈ ਕੇ ਪੈਦਾ ਹੁੰਨੇ ਆ। ਸਾਡਾ ਇੱਕ ਸਿੱਖਣੇ ਵਾਲਾ ਮਾਈਂਡਸੈਟ ਹੁੰਦਾ ਹੈ, ਲਰਨਿੰਗ ਮਾਈਂਡਸੈਟ ਹੁੰਦਾ ਆ। ਪਹਿਲਾਂ ਅਸੀਂ ਹੌਲੀ ਹੌਲੀ ਤੁਰਨਾ ਸਿੱਖਦੇ ਆ, ਅਸੀਂ ਬੋਲਣਾ ਸਿੱਖਦੇ ਆ, ਸਾਡੇ ਵਿੱਚ ਕਿਉਰਿਓਸਿਟੀ ਹੁੰਦੀ ਆ ਚੀਜ਼ਾਂ ਦੇਖਣ ਦੀ, ਅਸੀਂ ਨਵੀਆਂ ਚੀਜ਼ਾਂ ਨੂੰ ਹੱਥ ਲਾ ਕੇ ਦੇਖਦੇ ਆ, ਖੇਡਦੇ ਆ, ਸਵਾਲ ਕਿੰਨੇ ਪੁੱਛਦੇ ਆ ਕਿ ਆਹ ਕੀ ਆ, ਉਹ ਕੀ ਆ, ਕਿਉਂਕਿ ਸਾਡੇ ਅੰਦਰ ਇੱਕ ਲਰਨਿੰਗ ਐਟੀਟਿਊਡ ਹੁੰਦਾ, ਇੱਕ ਲਰਨਿੰਗ ਮਾਈਂਡਸੈਟ ਹੁੰਦਾ ਆ। ਪਰ ਹੌਲੀ ਜਿੱਦਾਂ ਅਸੀਂ ਲਾਈਫ 'ਚ ਅੱਗੇ ਵੱਧਦੇ ਆ, ਸਕੂਲ ਜਾਂਦੇ ਆ, ਸਾਨੂੰ ਹੋਰ ਸਿਚੁਏਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਆ। ਕਈਆਂ ਦਾ ਦਿਮਾਗ ਗਰੋਥ ਮਾਈਂਡਸੈਟ ਵੱਲ ਹੋ ਜਾਂਦਾ ਆ ਤੇ ਕਈਆਂ ਦਾ ਦਿਮਾਗ ਫਿਕਸਡ ਹੋ ਜਾਂਦਾ ਆ। ਤੇ ਆ ਸਾਡਾ ਮਾਈਂਡਸੈਟ ਚੇਂਜ ਕਰਨ ਦੇ ਵਿੱਚ ਮੇਨ ਰੋਲ ਕੌਣ ਪਲੇ ਕਰਦੇ ਨੇ? ਸਾਡੇ ਪੇਰੈਂਟਸ, ਸਾਡੇ ਟੀਚਰਸ ਤੇ ਸਾਡੀ ਸੋਸਾਇਟੀ। ਇੱਕ ਇਨਸਾਨ ਦਾ ਮਾਈਂਡਸੈਟ ਉਹਦੇ ਬਚਪਨ ਤੋਂ ਹੀ ਬਣਨਾ ਸ਼ੁਰੂ ਹੋ ਜਾਂਦਾ ਆ ਤੇ ਕੋਈ ਵੀ ਮਾਈਂਡਸੈਟ ਨੂੰ ਬਣਾਉਣ ਦੇ ਵਿੱਚ 2 ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਪਹਿਲੀ ਲੇਬਲਿੰਗ ਤੇ ਦੂਸਰੀ ਪ੍ਰੇਜ਼ਿੰਗ। ਤੇ ਦੋਨੋਂ ਚੀਜ਼ਾਂ ਛੋਟੀ ਉਮਰ ਦੇ ਵਿੱਚ ਹੀ ਸੋਸਾਇਟੀ ਜਾਂ ਸਾਡੇ ਪੇਰੈਂਟਸ ਜਾਂ ਸਾਡੇ ਟੀਚਰਸ ਵੱਲੋਂ ਸਾਡੇ ਉੱਪਰ ਲਾਈਆਂ ਜਾਂਦੀਆਂ ਨੇ ਤੇ ਉਹਦੇ ਕਰਕੇ ਹੀ ਸਾਡਾ ਮਾਈਂਡਸੈਟ ਚੇਂਜ ਹੋਣ ਲੱਗ ਜਾਂਦਾ ਆ। ਤੁਹਾਨੂੰ ਮੈਂ ਪਹਿਲੀ ਐਗਜ਼ਾਮਪਲ ਦਿੰਦਾ ਲੇਬਲਿੰਗ ਦੀ। ਹੁਣ ਇੱਕ ਬੱਚਾ ਜਿਹੜਾ ਫਸਟ ਕਲਾਸ ਦੇ ਵਿੱਚ ਹਜੇ ਨਵੀਂ ਪੜ੍ਹਾਈ ਹੀ ਸ਼ੁਰੂ ਕੀਤੀ ਆ, ਜੇ ਉਹਦੇ ਵਧੀਆ ਨੰਬਰ ਆ ਗਏ ਤੇ ਅਸੀਂ ਕੀ ਕਰਦੇ ਆ, ਉਹਦੇ ਉੱਪਰ ਲੇਬਲ ਲਾਣੇ ਸ਼ੁਰੂ ਕਰ ਦਿੰਦੇ ਆ ਕਿ ਤੂੰ ਬਹੁਤ ਸਮਾਰਟ ਆ, ਤੂੰ ਬਹੁਤ ਇੰਟੈਲੀਜੈਂਟ ਆ। ਜਾਂ ਉਹਨੇ ਕਿਸੇ ਡਰਾਇੰਗ ਕੰਪੀਟੀਸ਼ਨ 'ਚ ਟੌਪ ਕੀਤਾ, ਡਾਂਸ ਕੰਪੀਟੀਸ਼ਨ 'ਚ ਟੌਪ ਕੀਤਾ ਤਾਂ ਅਸੀਂ ਕਹਿਣ ਲੱਗ ਪੈਂਦੇ ਆ ਕਿ ਇਹ ਬਹੁਤ ਟੈਲੈਂਟਡ ਬੱਚਾ ਆ, ਇਹ ਤਾਂ ਬੌਰਨ ਹੀ ਟੈਲੈਂਟਡ ਹੋਇਆ ਆ। ਉਹਦੇ ਨਾਲ ਕੀ ਹੁੰਦਾ ਆ, ਉਹ ਬੱਚੇ ਨੂੰ ਲੱਗਣ ਲੱਗ ਜਾਂਦਾ ਆ ਹੌਲੀ ਜਦੋਂ ਕਲਾਸਿਸ ਇਨਕਰੀਜ਼ ਕਰਦਾ ਆ ਕਿ ਮੈਂ ਤਾਂ ਨੈਚੁਰਲ ਹੀ ਗਿਫਟਡ ਆ, ਮੈਨੂੰ ਪੜ੍ਹਨ ਦੀ ਲੋੜ ਹੀ ਨਹੀਂ ਹੈਗੀ ਜਾਂ ਮੈਂ ਬੌਰਨ ਹੀ ਇੱਕ ਇੰਟੈਲੀਜੈਂਟ ਪਰਸਨ ਹੋਇਆ ਆ। ਤਾਂ ਹੌਲੀ ਉਹਦਾ ਮਾਈਂਡਸੈਟ ਉੱਦਾਂ ਦਾ ਹੋਣ ਲੱਗ ਜਾਂਦਾ ਆ ਕਿ ਉਹਨੂੰ ਲੱਗਦਾ ਆ ਕਿ ਜਿੰਨਾ ਵੀ ਉਹਦੇ ਅੰਦਰ ਟੈਲੈਂਟਸ ਆ ਉਹ ਲਿਮਿਟਡ ਆ, ਕਿ ਉਹਨੂੰ ਇਹ ਬੌਰਨ ਹੀ ਮਿਲਿਆ ਤੇ ਇਹਨਾਂ ਨੂੰ ਹੋਰ ਇਨਕਰੀਜ਼ ਨਹੀਂ ਉਹ ਕਰ ਸਕਦਾ। ਤੇ ਉਹਦੇ ਨਾਲ ਕੀ ਹੁੰਦਾ ਆ, ਹੌਲੀ ਉਹਦਾ ਮਾਈਂਡਸੈਟ ਇੱਕ ਫਿਕਸਡ ਮਾਈਂਡਸੈਟ ਬਣਨ ਲੱਗ ਜਾਂਦਾ ਆ। ਜੇ ਉਹਨੂੰ ਕੋਈ ਨਵਾਂ ਚੈਲੰਜ ਆਇਆ ਤੇ ਉਹਨੇ ਐਕਸੈਪਟ ਨਹੀਂ ਕਰਨਾ ਕਿਉਂਕਿ ਉਹਨੂੰ ਡਰ ਲੱਗਦਾ ਹੋਣਾ ਕਿ ਮੇਰੇ ਅੰਦਰ ਤਾਂ ਉਹ ਟੈਲੈਂਟ ਹੀ ਹੈ ਨਹੀਂਗੇ, ਕਿਉਂਕਿ ਜਿਹੜੇ ਮੇਰੇ ਅੰਦਰ ਟੈਲੈਂਟ ਆ ਉਹ ਮੈਂ ਬੌਰਨ ਲੈ ਕੇ ਹੋਇਆ ਸੀਗਾ ਨਾਲ। ਤੇ ਕਈ ਸਿਚੁਏਸ਼ਨਸ ਦੇ ਵਿੱਚ ਉਹ ਬੰਦਿਆਂ ਨੂੰ ਲੱਗਦਾ ਆ ਕਿ ਸਾਨੂੰ ਸਭ ਪਤਾ ਆ, ਸਾਨੂੰ ਹੋਰ ਸਿੱਖਣ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹਨਾਂ ਉੱਪਰ ਸ਼ੁਰੂ ਤੋਂ ਇੱਕ ਲੇਬਲ ਲੱਗਿਆ ਹੁੰਦਾ ਆ ਸਮਾਰਟ ਵਾਲਾ
ਤੇ ਆਪਣੇ ਉਸ ਲੈਵਲ ਨੂੰ ਬਰਕਰਾਰ ਰੱਖਣ ਦੇ ਲਈ ਉਹ ਕੋਈ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਵੀ ਨਹੀਂ ਜਾਂਦੇ ਜਿੱਥੇ ਉਹਨਾਂ ਦੀ ਉਹ ਸਮਾਰਟਨੈਸ ਨੂੰ ਫੇਲੀਅਰ ਦਾ ਰੂਪ ਮਿਲ ਜਾਵੇ, ਜਿੱਥੇ ਉਹ ਗਲਤ ਪ੍ਰੂਵ ਹੋ ਜਾਣ। ਤੇ ਦੂਸਰੀ ਲੇਬਲ ਲੱਗਦੀ ਆ ਇੱਕ ਨਲਾਇਕ ਬੱਚੇ ਦੇ ਉੱਤੇ ਜਿਹਦੇ ਨੰਬਰ ਵਧੀਆ ਨਹੀਂ ਆਏ ਹੁੰਦੇ। ਅਸੀਂ ਉਹਦੇ ਲੇਬਲ ਲਾ ਦਿੰਦੇ ਆ ਕਿ ਤੂੰ ਡੰਮ ਆ, ਤੂੰ ਨਲਾਇਕ ਆ, ਤੈਨੂੰ ਤਾਂ ਪੜ੍ਹਾਈ ਨਹੀਂ ਆਉਂਦੀ। ਤੇ ਉਹ ਸਾਰੀ ਉਮਰ ਬੰਦਾ ਇਹੀ ਸੋਚਦਾ ਰਹਿੰਦਾ ਆ ਜਦੋਂ ਤੱਕ ਸਕੂਲਿੰਗ ਕਰਦਾ ਆ ਕਿ ਮੇਰੇ ਤਾਂ ਬਸ ਦੀ ਪੜ੍ਹਾਈ ਹੈ ਹੀ ਨਹੀਂਗੀ, ਕਿਉਂਕਿ ਪਹਿਲਾਂ ਤੋਂ ਹੀ ਉਹਦੇ ਉੱਪਰ ਲੇਬਲ ਲੱਗ ਚੁੱਕੇ ਹੁੰਦੇ ਆ ਨਲਾਇਕ ਦੇ। ਦੂਸਰੀ ਹੁਣ ਚੀਜ਼ ਆਉਂਦੀ ਆ ਪ੍ਰੇਜ਼ਿੰਗ। ਪ੍ਰੇਜ਼ਿੰਗ ਕੀ ਕਰਦੀ ਆ? ਇਹ ਵੀ ਸਾਡੇ ਉੱਪਰ ਹੁੰਦਾ ਆ ਕਿ ਅਸੀਂ ਬੱਚੇ ਉੱਪਰ ਲੇਬਲ ਨਹੀਂ ਲਾਣੇ ਬਲਕਿ ਉਹਨੂੰ ਪ੍ਰੇਜ਼ ਕਰਨਾ ਆ। ਤੇ ਪ੍ਰੇਜ਼ਿੰਗ ਕਰਕੇ ਕੀ ਹੁੰਦਾ ਆ, ਬੰਦੇ ਦਾ ਹੌਲੀ ਹੌਲੀ ਗਰੋਥ ਮਾਈਂਡਸੈਟ ਡਿਵੈਲਪ ਹੋਣ ਲੱਗ ਪੈਂਦਾ ਆ। ਹੁਣ ਉਹੀ ਬੱਚਾ ਜੋ ਫਸਟ ਕਲਾਸ ਦੇ ਵਿੱਚ ਵਧੀਆ ਨੰਬਰਾਂ ਨਾਲ ਪਾਸ ਹੋਇਆ ਸੀ, ਜੇ ਉਹਦੇ ਪੇਰੈਂਟਸ ਉਹਨੂੰ ਸਮਾਰਟ, ਉਹਨੂੰ ਇੰਟੈਲੀਜੈਂਟ ਕਹਿਣ ਦੀ ਬਜਾਏ ਉਹਨੂੰ ਇਹ ਕਹਿਣ ਕਿ ਤੂੰ ਜਿਹੜੀ ਮਿਹਨਤ ਕੀਤੀ ਆ, ਤੇਰਾ ਹਾਰਡ ਵਰਕ ਆ, ਉਹਦੇ ਕਰਕੇ ਤੈਨੂੰ ਇਹ ਰਿਜ਼ਲਟ ਮਿਲਿਆ ਆ, ਉਹਦੇ ਨਾਲ ਕੀ ਹੋਊਗਾ ਕਿ ਬੱਚੇ ਨੂੰ ਲੱਗੂਗਾ ਕਿ ਜੇ ਮੈਂ ਹਾਰਡ ਵਰਕ ਕੀਤਾ, ਮਿਹਨਤ ਕੀਤੀ, ਮੈਨੂੰ ਇਹ ਰਿਜ਼ਲਟ ਮਿਲਿਆ। ਤੇ ਇਦਾਂ ਹੀ ਲਾਈਫ ਦੇ ਵਿੱਚ ਜੇ ਮੈਂ 5th ਕਲਾਸ 'ਚ ਵਧੀਆ ਨੰਬਰ ਲਵਾਂਗਾ, ਮੈਨੂੰ ਉਹਦੇ ਲਈ ਹਾਰਡ ਵਰਕ ਕਰਨਾ ਪੈਣਾ ਆ, ਮੈਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਪੈਣੀਆਂ। ਮੈਂ +2 'ਚ ਵਧੀਆ ਨੰਬਰ ਲੈਣੇ ਆ, ਮੈਨੂੰ ਹੋਰ ਨਵੀਆਂ ਚੀਜ਼ਾਂ ਸਿੱਖਣੀਆਂ ਪੈਣੀਆਂ। ਤੇ ਉਹ ਬੰਦੇ ਦਾ ਦਿਮਾਗ ਹੌਲੀ ਹੌਲੀ ਸਿੱਖਣੇ ਵਾਲਾ ਬਣ ਜਾਂਦਾ ਆ। ਉਹਨੂੰ ਲੱਗਦਾ ਹੈ ਕਿ ਉਹਦੀਆਂ ਕੈਪੇਬਿਲਿਟੀਜ਼, ਉਹਦੇ ਟੈਲੈਂਟਸ ਲਿਮਿਟਿਡ ਨਹੀਂ ਆ, ਉਹ ਜੋ ਵੀ ਕੁਝ ਹੋਵੇ ਉਹ ਸਿੱਖ ਸਕਦਾ ਆ, ਨਵੇਂ ਸਕਿੱਲਸ ਸਿੱਖ ਸਕਦਾ, ਨਵੇਂ ਟੈਲੈਂਟਸ ਅਪਣਾ ਸਕਦਾ ਆ ਤੇ ਆਪਣੇ ਆਪ ਨੂੰ ਚੇਂਜ ਕਰ ਸਕਦਾ ਆ। ਤੇ ਹੌਲੀ ਹੌਲੀ ਉਹਦਾ ਮਾਈਂਡਸੈਟ ਗਰੋਥ ਵਾਲਾ ਮਾਈਂਡਸੈਟ ਬਣਨ ਲੱਗ ਜਾਂਦਾ ਆ। ਸਾਡਾ ਇਹ ਮਾਈਂਡਸੈਟ ਸਿਰਫ ਸਾਡੇ ਸਕੂਲਿੰਗ ਤੱਕ ਲਿਮਿਟਿਡ ਨਹੀਂ ਹੁੰਦਾ, ਬਲਕਿ ਉਹਦੇ ਬਾਅਦ ਜਿੱਦਾਂ ਅਸੀਂ ਬਿਜ਼ਨਸ ਕਰਦੇ ਹਾਂ, ਜੌਬ ਕਰਦੇ ਹਾਂ, ਈਵਨ ਰਿਲੇਸ਼ਨਸ਼ਿਪਸ ਜਾਂਦੇ ਹਾਂ, ਇਹ ਸਾਡੀ ਹਰੇਕ ਜਗ੍ਹਾ ਹੀ ਕੰਮ ਆਉਂਦਾ ਆ ਮਾਈਂਡਸੈਟ। ਸੋ ਮਾਈਂਡਸੈਟ ਇਜ਼ ਅ ਵੈਰੀ ਇੰਪੋਰਟੈਂਟ ਥਿੰਗ। ਜੇ ਤੁਸੀਂ ਆਪਣੀ ਛੋਟੀ ਉਮਰ ਦੇ ਵਿੱਚ ਹੀ ਆਪਣਾ ਮਾਈਂਡਸੈਟ ਪਛਾਣ ਲਓਗੇ, ਉਹਦੇ ਉੱਤੇ ਕੰਮ ਕਰੋਗੇ, ਤਾਂ ਤੁਹਾਨੂੰ ਇਹ ਲਾਈਫ ਦੇ ਵਿੱਚ ਬਹੁਤ ਦੂਰ ਤੱਕ ਲੈ ਕੇ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਦੱਸੂਗਾ ਇੱਕ ਫਿਕਸਡ ਮਾਈਂਡਸੈਟ ਤੇ ਗਰੋਥ ਮਾਈਂਡਸੈਟ ਦੇ ਵਿੱਚ ਕੀ ਡਿਫਰੈਂਸ ਹੁੰਦਾ ਆ, ਤੇ ਜੇ ਤੁਹਾਡਾ ਮਾਈਂਡਸੈਟ ਥੋੜਾ ਬਹੁਤ ਫਿਕਸਡ ਆ ਤੇ ਤੁਸੀਂ ਉਹਨੂੰ ਕਿੱਦਾਂ ਚੇਂਜ ਕਰਕੇ ਗਰੋਥ ਮਾਈਂਡਸੈਟ ਦੇ ਵੱਲ ਲਿਜਾ ਸਕਦੇ ਆ। ਜਿਹੜਾ ਫਿਕਸ ਮਾਈਂਡਸੈਟ ਵਾਲਾ ਬੰਦਾ ਹੁੰਦਾ ਆ, ਉਹਨੂੰ ਲੱਗਦਾ ਹੈ ਕਿ ਜਿਹੜੀ ਉਹਦੀ ਇੰਟੈਲੀਜੈਂਸ ਆ, ਉਹਦਾ ਦਿਮਾਗ ਆ, ਉਹ ਇੱਕ ਲਿਮਿਟਿਡ ਆ ਤੇ ਉਹਨੂੰ ਇਹ ਸਾਰਾ ਕੁਝ ਗॉड ਗਿਫਟਡ ਜਾਂ ਟੈਲੈਂਟਡ ਹੀ ਮਿਲਿਆ ਆ। ਤੇ ਇੱਕ ਫਿਕਸ ਮਾਈਂਡਸੈਟ ਵਾਲਾ ਬੰਦਾ ਇਦਾਂ ਵੀ ਸੋਚਦਾ ਆ ਕਿ ਜਿਹੜਾ ਦੂਸਰਾ ਬੰਦਾ ਆ ਉਹਦੇ ਕੋਲ ਦਿਮਾਗ ਤੇਜ਼ ਆ, ਮੇਰਾ ਦਿਮਾਗ ਉਨਾ ਤੇਜ਼ ਨਹੀਂ ਹੈਗਾ, ਜਾਂ ਉਹ ਬੰਦਾ ਇੰਟੈਲੀਜੈਂਟ ਆ, ਮੈਂ ਉਨਾ ਇੰਟੈਲੀਜੈਂਟ ਨਹੀਂ ਹੈਗਾ। ਇਹ ਸਾਰਾ ਫਿਕਸ ਮਾਈਂਡਸੈਟ ਵਾਲਾ ਬੰਦਾ ਸੋਚਦਾ ਆ। ਪਰ ਉਹੀ ਚੀਜ਼ ਨੂੰ ਜੇ ਤੁਸੀਂ ਗਰੋਥ ਮਾਈਂਡਸੈਟ ਵਾਲਾ ਬਣਾ ਲਓ, ਤੁਸੀਂ ਸਿੱਖਣ ਦੇ ਲਈ, ਤੁਸੀਂ ਲਰਨਿੰਗ ਦੇ ਨਾਲ ਪਿਆਰ ਕਰੋ। ਤੁਸੀਂ ਸਮਝੋ ਕਿ ਯਾਰ ਜੇ ਉਹ ਬੰਦਾ ਕੁਝ ਸਿੱਖ ਸਕਦਾ ਆ ਤਾਂ ਮੈਂ ਵੀ ਸਿੱਖ ਸਕਦਾ ਆ, ਕਿਉਂਕਿ ਸਾਰੇ ਇਨਸਾਨ ਸੇਮ ਆ, ਸਾਡੀ ਬਾਡੀ ਸੇਮ ਆ, ਸਾਡੀਆਂ ਅੱਖਾਂ, ਨੱਕ, ਕੰਨ, ਮੂੰਹ, ਹੱਥ ਸਭ ਕੁਝ ਸੇਮ ਆ, ਸਾਡਾ ਦਿਮਾਗ ਵੀ ਸੇਮ ਆ। ਬਸ ਕੋਈ ਇਹਨੂੰ ਕਿਸੇ ਤਰੀਕੇ ਨਾਲ ਯੂਜ਼ ਕਰ ਰਿਹਾ, ਕੋਈ ਕਿਸੇ ਤਰੀਕੇ ਦੇ ਨਾਲ ਯੂਜ਼ ਕਰਦਾ ਪਿਆ ਆ। ਦੂਸਰੀ ਗੱਲ ਹੁੰਦੀ ਆ ਅਵੋਇਡਿੰਗ ਪ੍ਰੋਬਲਮਸ। ਜਿਹੜਾ ਇੱਕ ਫਿਕਸਡ ਮਾਈਂਡਸੈਟ ਵਾਲਾ ਬੰਦਾ ਹੁੰਦਾ ਆ, ਉਹ ਜ਼ਿਆਦਾਤਰ ਪ੍ਰੋਬਲਮਸ ਨੂੰ ਅਵੋਇਡ ਕਰਦਾ ਆ, ਕਿਉਂਕਿ ਉਹਦੇ ਅੰਦਰ ਇੱਕ ਡਰ ਹੁੰਦਾ ਆ ਕਿਤੇ ਮੈਂ ਫੇਲ ਨਾ ਹੋ ਜਾਵਾਂ, ਕਿਉਂਕਿ ਸ਼ੁਰੂ ਤੋਂ ਹੀ ਉਹਨੂੰ ਸਾਰਿਆਂ ਨੇ ਇੰਟੈਲੀਜੈਂਟ, ਸਮਾਰਟ ਕਿਹਾ ਹੁੰਦਾ ਆ। ਤੇ ਆਪਣੀ ਉਸ ਰੈਪੂਟੇਸ਼ਨ ਨੂੰ ਬਚਾਏ ਰੱਖਣ ਦੇ ਤੌਰ ਤੇ ਜਾਂ ਉਹਨੂੰ ਇਦਾਂ ਹੀ ਮੇਨਟੇਨ ਰੱਖਣ ਦੇ ਤੌਰ ਤੇ ਜ਼ਿਆਦਾਤਰ ਉਹ ਕੀ ਕਰਦਾ ਆ, ਉਹ ਪ੍ਰੋਬਲਮਸ ਨੂੰ ਅਵੋਇਡ ਕਰ ਦਿੰਦਾ ਆ। ਜੇ ਉਹਦੇ ਕੋਲ ਕੋਈ ਨਵੇਂ ਚੈਲੰਜਸ ਆ ਰਹੇ ਨੇ ਜਾਂ ਨਵੀਂ ਓਪਰਚੁਨਿਟੀ ਮਿਲ ਰਹੀ ਆ ਤੇ ਉਹਨੂੰ ਉਹ ਛੱਡ ਦਊਗਾ, ਕਿਉਂਕਿ ਉਹਨੂੰ ਡਰ ਹੁੰਦਾ ਆ ਕਿਤੇ ਮੈਂ ਇਹਦੇ ਵਿੱਚ ਯਾਰ ਫੇਲ ਨਾ ਹੋ ਜਾਵਾਂ। ਤੇ ਉੱਥੇ ਹੀ ਜਿਹੜਾ ਇੱਕ ਗਰੋਥ ਮਾਈਂਡਸੈਟ ਵਾਲਾ ਬੰਦਾ ਹੁੰਦਾ ਆ, ਚਾਹੇ ਲਾਈਫ ਦੇ ਵਿੱਚ ਉਹਨੂੰ ਕੋਈ ਵੱਡੀ ਤੋਂ ਵੱਡੀ ਚੁਣੌਤੀ ਮਿਲ ਜਾਵੇ, ਚਾਹੇ ਕੋਈ ਵੀ ਓਪਰਚੁਨਿਟੀ ਆ ਜਾਵੇ, ਕੋਈ ਵੀ ਚੈਲੰਜ ਆ ਜਾਵੇ, ਉਹਨੂੰ ਹੱਸ ਕੇ ਸਵੀਕਾਰ ਕਰਦਾ ਆ। ਉਹ ਹੁੰਦਾ ਆ ਕਿ ਯਾਰ ਚੱਲ ਜੇ ਮੈਂ ਫੇਲ ਵੀ ਹੋ ਗਿਆ ਤੇ ਮੈਂ ਕੁਝ ਸਿੱਖੂੰਗਾ ਤਾਂ ਸਹੀ, ਮੈਨੂੰ ਕੁਝ ਨਵਾਂ ਸਿੱਖਣ ਨੂੰ ਤਾਂ ਮਿਲੂਗਾ। ਤੀਸਰੀ ਗੱਲ, ਜਿਹੜਾ ਕਿ ਇੱਕ ਫਿਕਸਡ ਮਾਈਂਡਸੈਟ ਵਾਲਾ ਬੰਦਾ ਹੁੰਦਾ ਆ, ਜੇ ਉਹਨੂੰ ਕੋਈ ਉਹਦੀ ਛੋਟਾ ਮੋਟਾ ਮਜ਼ਾਕ ਵੀ ਕਰਦੇ, ਉਹਨੂੰ ਕੋਈ ਉਹਦੀ ਬੇਇੱਜ਼ਤੀ ਕਰਦੇ, ਤਾਂ ਉਹ ਬਹੁਤ ਜ਼ਿਆਦਾ ਦਿਲ ਤੇ ਲੈ ਲੈਂਦਾ ਆ। ਉਹਨੂੰ ਇੱਕ ਤਰ੍ਹਾਂ ਇਦਾਂ ਹੁੰਦਾ ਹੈ ਕਿ ਦੂਸਰਾ ਬੰਦਾ ਮੇਰੇ ਤੇ ਅਟੈਕ ਕਰਦਾ ਪਿਆ, ਮੇਰੀ ਰੈਪੂਟੇਸ਼ਨ ਤੇ, ਮੇਰੀ ਪਰਸਨੈਲਿਟੀ ਤੇ ਇੱਕ ਅਟੈਕ ਹੋ ਰਿਹਾ ਆ। ਤੇ ਉਹਨੂੰ ਆਪਣੀ ਉਹ ਪਰਸਨੈਲਿਟੀ ਨੂੰ ਮੇਨਟੇਨ ਕਰਨ ਲਈ ਉਹ ਜਵਾਬ ਦਿੰਦਾ ਆ ਜਾਂ ਉਹ ਗੁੱਸਾ ਹੋ ਜਾਂਦਾ ਆ। ਉੱਥੇ ਹੀ ਇੱਕ ਗਰੋਥ ਮਾਈਂਡਸੈਟ ਵਾਲਾ ਬੰਦਾ, ਜੇ ਕੋਈ ਉਹਨੂੰ ਉਹਦੀ ਬੇਇੱਜ਼ਤੀ ਵੀ ਕਰ ਰਿਹਾ ਆ, ਉਹਦੇ ਕੰਮ ਨੂੰ ਮਾੜਾ ਵੀ ਕਹਿ ਰਿਹਾ ਆ, ਤਾਂ ਇੱਕ ਤਰੀਕੇ ਨਾਲ ਉਹਦੇ ਕੋਲੋਂ ਸਿੱਖਦਾ ਆ ਕਿ ਯਾਰ ਸ਼ਾਇਦ ਇਹ ਬੰਦਾ ਮੇਰੇ ਕੰਮ ਨੂੰ ਮਾੜਾ ਕਹਿ ਰਿਹਾ ਆ, ਮੇਬੀ ਇਹਨੇ ਕੁਝ ਮਾੜੀ ਚੀਜ਼ ਦੇਖੀ ਹੋਈ ਹੋਵੇ, ਤੇ ਜੇ ਉਹ ਮਾੜੀ ਚੀਜ਼ ਕਹਿ ਵੀ ਰਿਹਾ ਉਹਨੂੰ ਮੈਂ ਕਿੱਦਾਂ ਇੰਪਰੂਵ ਕਰ ਸਕਦਾ ਆ। ਉਹ ਇੱਕ ਤਰੀਕੇ ਨਾਲ ਬੇਇੱਜ਼ਤੀ ਨੂੰ ਵੀ ਫੀਡਬੈਕ ਦੇ ਤੌਰ ਤੇ ਲੈਂਦਾ ਆ। ਚੌਥੀ ਚੀਜ਼, ਜੋ ਇੱਕ ਫਿਕਸਡ ਮਾਈਂਡਸੈਟ ਵਾਲਾ ਬੰਦਾ ਹੁੰਦਾ ਆ, ਉਹ ਦੂਸਰਿਆਂ ਦੀ ਸਕਸੈਸ ਦੇਖ ਕੇ ਜਲਦਾ ਆ।
ਉਹਨੂੰ ਦੂਸਰਿਆਂ ਦੀ ਸਕਸੈਸ ਤੋਂ ਇੱਕ ਖਤਰਾ ਲੱਗਣ ਲੱਗ ਪੈਂਦਾ ਆ ਕਿ ਯਾਰ ਕਿਤੇ ਜੇ ਉਹ ਬੰਦਾ ਮੇਰੇ ਤੋਂ ਅੱਗੇ ਨਿਕਲ ਗਿਆ, ਸ਼ੁਰੂ ਤੋਂ ਜਿਹੜੀ ਮੇਰੀ ਰੈਪੂਟੇਸ਼ਨ ਬਣੀ ਆ ਕਿ ਆਹ ਬੰਦਾ ਸਮਾਰਟ ਆ, ਮੇਰੀ ਤਾਂ ਸਾਰੀ ਰੈਪੂਟੇਸ਼ਨ ਖਰਾਬ ਹੋ ਜਾਣੀ ਆ। ਤਾਂ ਉਹਨੂੰ ਦੂਸਰਿਆਂ ਤੋਂ ਐਨਵੀ ਹੁੰਦੀ ਆ। ਜਿਹੜਾ ਗਰੋਥ ਮਾਈਂਡਸੈਟ ਵਾਲਾ ਬੰਦਾ ਹੁੰਦਾ ਆ, ਜੇ ਦੂਸਰੇ ਨੂੰ ਕਿਸੇ ਨੂੰ ਅੱਗੇ ਵਧਦਾ ਦੇਖ ਰਿਹਾ ਆ, ਉਹਦਾ ਮਾਈਂਡਸੈਟ ਹੁੰਦਾ ਆ ਯਾਰ ਮੈਂ ਤੋਂ ਕੀ ਸਿੱਖ ਸਕਦਾ ਆ, ਜੇ ਉਹ ਅੱਗੇ ਵਧ ਰਿਹਾ ਉਹਨੇ ਇਦਾਂ ਦਾ ਕੀ ਕੀਤਾ ਹੋਊਗਾ ਜੋ ਮੈਂ ਵੀ ਆਪਣਾ ਕਰਾਂ ਤੇ ਮੈਂ ਵੀ ਅੱਗੇ ਵਧ ਸਕਾਂ। ਉਹ ਦੂਸਰੇ ਬੰਦਿਆਂ ਦੀ ਸਕਸੈਸ ਤੋਂ ਦੇਖ ਕੇ ਇੰਸਪਾਇਰ ਹੁੰਦਾ ਆ ਕਿ ਜੇ ਉਹ ਕਰ ਸਕਦੇ ਆ ਤਾਂ ਮੈਂ ਵੀ ਕਰ ਸਕਦਾ ਆ। ਮਾਈਂਡਸੈਟ ਕੋਈ ਵੀ ਫਿਕਸ ਜਾਂ ਗਰੋਥ ਨਹੀਂ ਹੁੰਦਾ, ਇਹ ਕਿਸੇ ਵੀ ਟਾਈਮ ਚੇਂਜ ਹੋ ਸਕਦੇ ਆ। ਜੇ ਅਸੀਂ ਆਪਣੇ ਮਾਈਂਡਸੈਟ ਦੇ ਬਾਰੇ ਅਵੇਅਰ ਨਹੀਂ ਹੈਗੇ ਤਾਂ ਜਿੰਨੀ ਜਲਦੀ ਤੋਂ ਜਲਦੀ ਅਸੀਂ ਅਵੇਅਰ ਹੋਵਾਂਗੇ ਤਾਂ ਕੀ ਹੋਊਗਾ, ਅਸੀਂ ਆਪਣੇ ਮਾਈਂਡਸੈਟ ਨੂੰ ਫਿਕਸ ਤੋਂ ਗਰੋਥ ਦੇ ਵੱਲ ਲੈ ਕੇ ਜਾ ਸਕਦੇ ਹਾਂ। ਤੇ ਜਿੰਨਾ ਸਾਡਾ ਮਾਈਂਡਸੈਟ ਗਰੋਥ ਵਾਲਾ ਹੋਊਗਾ ਉਨੀ ਹੀ ਜ਼ਿਆਦਾ ਅਸੀਂ ਗਰੋਥ ਕਰਾਂਗੇ। ਅਸਲ ਦੇ ਵਿੱਚ ਮਾਈਂਡਸੈਟ ਹੋਰ ਕੁਝ ਨਹੀਂ ਹੈਗਾ, ਇਹ ਸਿਰਫ ਸਾਡੇ ਬਿਲੀਫਸ ਹੁੰਦੇ ਨੇ ਕਿ ਜਿਹੜੀਆਂ ਗੱਲਾਂ ਵੀ ਅਸੀਂ ਆਪਣੇ ਬਾਰੇ ਮੰਨ ਲੈਂਦੇ ਆ, ਚਾਹੇ ਉਹ ਗੱਲਾਂ ਸਾਡੇ ਫਰੈਂਡਸ ਨੇ ਕਹੀਆਂ ਹੋਣ, ਚਾਹੇ ਫੈਮਿਲੀ ਨੇ ਜਾਂ ਇਹ ਪੇਰੈਂਟਸ ਨੇ, ਜੋ ਵੀ ਅਸੀਂ ਹੋਲਡ ਕਰ ਲੈਂਦੇ ਆ ਆਪਣੇ ਬਾਰੇ ਮੰਨ ਲੈਂਦੇ ਆ, ਅਸੀਂ ਉਹੀ ਬਣ ਜੰਨੇ ਆ। ਸਾਡਾ ਮਾਈਂਡਸੈਟ ਉਦਾਂ ਦਾ ਬਣ ਜਾਂਦਾ ਆ। ਜੇ ਤੁਹਾਨੂੰ ਕੋਈ ਹੁਸ਼ਿਆਰ ਕਹਿ ਦਿੰਦਾ ਆ ਤੁਸੀਂ ਆਪਣੇ ਆਪ ਨੂੰ ਹੁਸ਼ਿਆਰ ਮੰਨਣ ਲੱਗ ਪੋਗੇ, ਜੇ ਕੋਈ ਤੁਹਾਨੂੰ ਨਲਾਇਕ ਕਹਿ ਦਿੰਦਾ ਆ ਤੁਸੀਂ ਆਪਣੇ ਆਪ ਨੂੰ ਨਲਾਇਕ ਮੰਨਣ ਲੱਗ ਪੋਗੇ। ਤੁਹਾਡਾ ਮਾਈਂਡਸੈਟ ਉਸ ਡਾਇਰੈਕਸ਼ਨ 'ਚ ਦੌੜਨ ਲੱਗ ਪਊਗਾ। ਆਪਣਾ ਮਾਈਂਡਸੈਟ ਆਪਣੇ ਕੰਟਰੋਲ ਦੇ ਵਿੱਚ ਲਓ, ਤੁਸੀਂ ਦੇਖੋ ਕਿ ਤੁਸੀਂ ਅਸਲ ਦੇ ਵਿੱਚ ਹੈ ਕੌਣ ਆ, ਤੁਹਾਡਾ ਮਾਈਂਡਸੈਟ ਕਿੱਦਾਂ ਦਾ ਆ, ਤੇ ਆਪਣੀ ਮਾਈਂਡਸੈਟ ਨੂੰ ਪਹਿਚਾਣ ਕੇ ਆਪਣਾ ਮਾਈਂਡਸੈਟ ਗਰੋਥ ਮਾਈਂਡਸੈਟ ਬਣਾਓ, ਇੱਕ ਲਰਨਿੰਗ ਮਾਈਂਡਸੈਟ ਬਣਾਓ ਕਿ ਮੈਂ ਹੋਰ ਨਵੀਆਂ ਚੀਜ਼ਾਂ ਸਿੱਖਾਂ। ਤੁਹਾਡੇ ਵਿੱਚ ਇੱਕ ਸਿੱਖਣੇ ਦੀ ਭੁੱਖ ਹੋਣੀ ਚਾਹੀਦੀ ਹੈ ਨਵੀਆਂ ਚੀਜ਼ਾਂ ਨੂੰ, ਤੇ ਸਿੱਖਣ ਦੇ ਨਾਲ ਹਰੇਕ ਚੀਜ਼ ਆ ਜਾਂਦੀ ਆ। ਤੁਸੀਂ ਪਹਿਲਾਂ ਹੀ ਨਾ ਅਜ਼ੂਮ ਕਰੋ ਕਿ ਉਹ ਚੀਜ਼ ਮੈਨੂੰ ਆ ਨਹੀਂ ਸਕਦੀ, ਕਿਉਂਕਿ ਹਜੇ ਤੁਸੀਂ ਉਹ ਚੀਜ਼ ਦੇ ਵਿੱਚ ਮਾਸਟਰ ਨਹੀਂ ਹੋਏ, ਤੁਸੀਂ ਹਜੇ ਉਹਨੂੰ ਸਿੱਖ ਰਹੇ ਆ। ਤੁਸੀਂ ਕੋਈ ਵੀ ਚੀਜ਼ ਨੂੰ ਸਿੱਖ ਕੇ, ਕੋਈ ਵੀ ਸਕਿੱਲਸ, ਕੋਈ ਵੀ ਨੌਲੇਜ ਐਕਵਾਇਰ ਕਰਕੇ ਕਿਸੇ ਵੀ ਚੀਜ਼ ਦੇ ਵਿੱਚ ਮਾਸਟਰ ਬਣ ਸਕਦੇ ਆ। ਤੇ ਤੁਸੀਂ ਆਪ ਦੇਖੋ, ਜੇ ਤੁਹਾਡਾ ਮਾਈਂਡਸੈਟ ਛੋਟੀ ਉਮਰ 'ਚੋਂ ਹੀ ਗਰੋਥ ਮਾਈਂਡਸੈਟ ਹੋ ਜਾਊਗਾ, ਨਵੀਆਂ ਚੀਜ਼ਾਂ ਨੂੰ ਸਿੱਖਣੇ ਵਾਲਾ ਹੋ ਜਾਊਗਾ, ਅੱਗੇ ਵਧਣੇ ਵਾਲਾ ਹੋ ਜਾਊਗਾ, ਤਾਂ ਤੁਸੀਂ ਲਾਈਫ ਦੇ ਵਿੱਚ ਕਿੰਨੀ ਅੱਗੇ ਤੱਕ ਜਾ ਸਕਦੇ ਆ। ਉੱਥੇ ਹੀ ਜੇ ਤੁਹਾਡਾ ਮਾਈਂਡਸੈਟ ਇੱਕ ਫਿਕਸਡ ਮਾਈਂਡਸੈਟ ਰਿਹਾ ਕਿ ਮੈਨੂੰ ਸਭ ਕੁਝ ਆਉਂਦਾ ਆ, ਮੈਨੂੰ ਸਭ ਕੁਝ ਪਤਾ ਆ, ਤਾਂ ਤੁਸੀਂ ਲਾਈਫ ਦੇ ਵਿੱਚ ਇੱਕ ਸਟੇਜ ਤੇ ਆ ਕੇ ਸਟਕ ਹੋ ਜਾਓਗੇ ਜਿੱਥੇ ਇਨਫੋਰਮੇਸ਼ਨ ਬਾਹਰ ਬਹੁਤ ਹੋਣੀ ਆ, ਪਰ ਤੁਸੀਂ ਅੰਦਰੋਂ ਸਿੱਖਣਾ ਨਹੀਂ ਚਾਹੁੰਦੇ ਹੋਣੇ, ਤੇ ਤੁਹਾਨੂੰ ਆਪਣੀ ਲਿਮਿਟਿਡ ਇਨਫੋਰਮੇਸ਼ਨ ਦੇ ਨਾਲ ਉਹ ਲਿਮਿਟਿਡ ਇਨਸਾਨ ਬਣ ਕੇ ਹੀ ਰਹਿਣਾ ਪੈਣਾ ਆ। ਉੱਥੇ ਹੀ ਗਰੋਥ ਮਾਈਂਡਸੈਟ ਦੇ ਨਾਲ ਤੁਸੀਂ ਇੰਨਾ ਕੁਝ ਸਿੱਖ ਲਓਗੇ, ਇੰਨਾ ਕੁਝ ਜਾਣ ਲਓਗੇ ਕਿ ਤੁਸੀਂ ਆਪਣੇ ਪੰਖ ਖੁੱਲ੍ਹ ਕੇ ਉੱਚੀਆਂ ਉਡਾਰੀਆਂ ਭਰੋਗੇ ਅਸਮਾਨ ਦੇ ਵਿੱਚ। ਆਈ ਹੋਪ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਆਪਣਾ ਮਾਈਂਡਸੈਟ ਗਰੋਥ ਮਾਈਂਡਸੈਟ ਬਣਾਓ, ਜ਼ਿੰਦਗੀ 'ਚ ਹੋਰ ਵੀ ਅੱਗੇ ਜਾਓ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਮੈਨੂੰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ। ਥੈਂਕ ਯੂ।